ਜੇ ਦੇਖਿਆ ਜਾਵੇ ਔਰਤ ਦਾ ਤੇ ਹਰ ਦਿਹਾੜਾ ਜਿਹੜਾ ਉਹਦੇ ਨਾਂ ਦੇ ਨਾਲ ਹੀ ਜਾਣਿਆ ਜਾਂਦਾ ਹੈ, ਕਿਉਂਕਿ ਕੋਈ ਦਿਨ ਐਸਾ ਨਹੀਂ ਜਿਹੜਾ ਦਿਨ ਔਰਤ ਤੋਂ ਮਨਫੀ ਕਰਕੇ ਦੇਖਿਆ ਜਾ ਸਕੇ। ਘਰ ਲਾ ਲਓ, ਪਰਿਵਾਰ ਲਾ ਲਓ, ਸਮਾਜ ਲਾ ਲਓ, ਦੇਸ਼ ਲਾ ਲਓ, ਔਰਤ ਨੂੰ ਹਰ ਥਾਂ ਦੇ ਉੱਤੇ ਹਰ ਸਮੇਂ ਦੇ ਉੱਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਦੀ ਮੌਜੂਦਗੀ ਹੈ। ਜਦੋਂ ਕੋਈ ਕਚਹਿਰੀ ਵਿੱਚ ਇਸ ਦੀ ਗਵਾਹੀ ਨਹੀਂ ਸੀ ਲਈ ਜਾਂਦੀ, ਮੰਨੀ ਜਾਂਦੀ, ਉਸ ਸਮੇਂ ਦੇ ਵਿੱਚ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬੁੱਕਲ ਦੇ ਵਿੱਚ ਬਰਾਬਰੀ ਦਾ ਅਧਿਕਾਰ ਦੇ ਕੇ ਸਭਨਾਂ ਦਾ ਸਨਮਾਨ ਕੀਤਾ, ਸਾਰੇ ਧਰਮਾਂ ਨੂੰ ਉਪਦੇਸ਼ ਦਿੱਤਾ, ਮੈਂ ਸਮਝਦੀ ਇਹ ਤੋਂ ਵੱਡੀ ਵਡਿਆਈ ਔਰਤ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ। ਇਹ 8 ਮਾਰਚ ਹੀ ਨਾ ਉਡੀਕੋ, ਤੁਹਾਡਾ ਇੱਕ ਇੱਕ ਪਲ ਜਿਹੜਾ ਉਹ ਕੀਮਤੀ ਹੈ। ਇਕੱਲਾ ਇਹ ਨਹੀਂ ਕਿ 8 ਮਾਰਚ ਨੂੰ ਅਸੀਂ ਦੇਖਣਾ ਕਿ ਔਰਤ ਦਾ ਦਿਹਾੜਾ ਹੈ। ਮੈਂ ਸਮਝਦੀ ਹਾਂ ਕਿ ਔਰਤ ਦਾ ਕੋਈ ਦਿਨ ਐਸਾ ਨਹੀਂ ਜਿਹੜਾ ਔਰਤ ਦੇ ਨਾਲ ਨਾ ਜੁੜਿਆ ਹੋਵੇ, ਭਾਵੇਂ ਉਹ ਬੱਚੇ ਸਾਂਭਣੇ ਹੋਣ, ਭਾਵੇਂ ਪਰਿਵਾਰ ਸਾਂਭਣਾ ਹੋਵੇ, ਭਾਵੇਂ ਘਰ ਸੰਭਾਲਣਾ ਹੋਵੇ, ਭਾਵੇਂ ਸਮਾਜ ਵਿੱਚ ਵਿਚਰਨਾ ਹੋਵੇ, ਭਾਵੇਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੋਵੇ, ਭਾਵੇਂ ਦੇਸ਼ ਦੀ ਖਾਤਰ, ਕੌਮ ਦੀ ਖਾਤਰ, ਕਿਸੇ ਵੀ ਪੱਖ ਤੋਂ ਜੇ ਕਿਤੇ ਔਰਤ ਨੂੰ ਜਾਣਿਆ ਜਾਵੇ ਤੇ ਹਰ ਪਲ ਪਲ ਜਿਹੜਾ ਇੱਕ ਔਰਤ ਨਾਲ ਜੁੜਿਆ ਹੋਇਆ। ਮਹਿਲਾਵਾਂ ਨੇ ਪੂਰੀ ਦੁਨੀਆ ਦੇ ਵਿੱਚ ਹਰ ਮੰਚ ਦੇ ਉੱਪਰ ਤਰੱਕੀ ਕੀਤੀ ਹੈ। ਚਾਹੇ ਅੱਜ ਮਹਿਲਾਵਾਂ ਹਰ ਉਸ ਮੁਕਾਮ ਨੂੰ ਹਾਸਲ ਕਰ ਚੁੱਕੀਆਂ ਨੇ ਜਿਸ ਨੂੰ ਉਹ ਲੋਚਦੀਆਂ ਨੇ, ਪਰ ਹਾਲੇ ਵੀ ਦੁਨੀਆ ਖਾਸ ਕਰਕੇ ਭਾਰਤ ਦੇ ਵਿੱਚ ਮਹਿਲਾਵਾਂ ਨੂੰ ਉਹ ਮੁਕਾਮ ਨਹੀਂ ਹਾਸਲ ਹੋ ਸਕਿਆ, ਖਾਸ ਕਰਕੇ ਸਮਾਜ ਦੇ ਵਿੱਚ ਉਹ ਰੁਤਬਾ ਹਾਸਲ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਸਾਡੇ ਸਮਾਜ ਦੇ ਵਿੱਚ ਬਰਾਬਰੀ ਦੀ ਗੱਲ ਕੀਤੀ ਜਾਂਦੀ ਹੈ। ਚਾਹੇ ਸਿਆਸਤ ਹੋਵੇ, ਸਿਆਸਤ 'ਚ ਰਾਖਵਾਂਕਰਨ ਜ਼ਰੂਰ ਆਇਆ ਮਹਿਲਾਵਾਂ ਦਾ, ਪਰ ਹਾਲੇ ਵੀ ਕਈ ਇਸ ਤਰ੍ਹਾਂ ਦੇ ਸਿਆਸੀ ਅਹੁਦੇ ਨੇ, ਚਾਹੇ ਕੌਂਸਲ ਲਾਵੇ ਹੋ ਜਾਵੇ ਜਾਂ ਸਰਪੰਚ ਹੋਵੇ, ਉਹਨਾਂ ਦੇ ਵਿੱਚ ਮਹਿਲਾਵਾਂ ਚੁਣੀਆਂ ਜ਼ਰੂਰ ਜਾਂਦੀਆਂ ਨੇ, ਪਰ ਉਹਨਾਂ ਅਹੁਦਿਆਂ ਦੀ ਵਰਤੋਂ ਮਰਦ ਪ੍ਰਧਾਨ ਹੀ ਕਰਦੇ ਨੇ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਮੌਜੂਦ ਨੇ। ਮਹਿਲਾ ਨੂੰ ਲੈ ਕੇ 8 ਮਾਰਚ ਨੂੰ ਪੂਰੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਤੇ ਉਸ ਦੇ ਨਾਲ ਹੀ ਬੀਬੀ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ। ਬੀਬੀ ਜੀ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ, 8 ਤਰੀਕ ਨੂੰ ਮਹਿਲਾ ਦਿਵਸ ਆ ਰਿਹਾ ਹੈ। ਹੁਣ ਤੱਕ ਸਮਾਜ ਦੇ ਵਿੱਚ ਤੁਸੀਂ ਵਿਚਰੇ ਹੋ, ਕਾਫੀ ਤੁਹਾਡੀ ਉਮਰ ਲੰਘ ਗਈ ਹੈ, ਕਿਸ ਤਰ੍ਹਾਂ ਦੇਖਿਆ ਮਹਿਲਾਵਾਂ ਦਾ ਨਜ਼ਰੀਆ ਕਿੰਨਾ ਕੁ ਬਦਲਿਆ? ਪਹਿਲਾਂ ਤਾਂ ਇਹ ਹੈ ਕਿ ਜੇ ਦੇਖਿਆ ਜਾਵੇ ਔਰਤ ਦਾ ਤੇ ਹਰ ਦਿਹਾੜਾ ਜਿਹੜਾ ਉਹਦੇ ਨਾਂ ਦੇ ਨਾਲ ਹੀ ਜਾਣਿਆ ਜਾਂਦਾ ਹੈ, ਕਿਉਂਕਿ ਕੋਈ ਦਿਨ ਐਸਾ ਨਹੀਂ ਜਿਹੜਾ ਦਿਨ ਔਰਤ ਤੋਂ ਮਨਫੀ ਕਰਕੇ ਦੇਖਿਆ ਜਾ ਸਕੇ। ਘਰ ਲਾ ਲਓ, ਪਰਿਵਾਰ ਲਾ ਲਓ, ਸਮਾਜ ਲਾ ਲਓ, ਦੇਸ਼ ਲਾ ਲਓ, ਔਰਤ ਨੂੰ ਹਰ ਥਾਂ ਦੇ ਉੱਤੇ ਹਰ ਸਮੇਂ ਦੇ ਉੱਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਦੀ ਮੌਜੂਦਗੀ ਹੈ। ਫਿਰ ਵੀ ਦੇਸ਼ ਨੇ ਜਾਂ ਵਰਲਡ ਲੈਵਲ ਦੇ ਉੱਤੇ ਇਸ ਨੂੰ ਇੱਕ ਦਿਨ ਨੂੰ ਰੱਖਿਆ ਕਿ ਇਸ ਦਿਨ ਦੇ ਉੱਤੇ ਔਰਤਾਂ ਦੇ ਜੀਵਨ ਦੇ ਉੱਤੇ ਕੋਈ ਲੇਖਾ ਜੋਖਾ ਕੀਤਾ ਜਾ ਸਕੇ। ਜਿਸ ਤਰ੍ਹਾਂ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਔਰਤ ਮਹਾਨ ਹੈ, ਔਰਤ ਸੰਸਾਰ ਦੇ ਵਾਸਤੇ ਇੱਕ ਜਨਨੀ ਵੀ ਹੈ, ਸਮਾਜ ਦੀ ਸਿਰਜਣਹਾਰੀ ਵੀ ਹੈ। ਇਹਨੂੰ ਬਹੁਤ ਵੱਡੇ ਅਹੁਦਿਆਂ ਦੇ ਨਾਲ ਸਤਿਕਾਰ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਬੜੀਆਂ ਵੱਡੀਆਂ ਵਡਿਆਈਆਂ ਦਿੱਤੀਆਂ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ ਬਰਾਬਰੀ ਦਾ ਅਧਿਕਾਰ ਉਸ ਵੇਲੇ ਦਿੱਤਾ ਅੱਜ ਤੋਂ 550 ਸਾਲ ਪਹਿਲਾਂ, ਜਦੋਂ ਕੋਈ ਸਮਾਜ ਦੇ ਲੋਕ ਇਸ ਨੂੰ ਪੈਰ ਦੀ ਜੁੱਤੀ ਕਹਿੰਦੇ ਸੀ, ਜਦੋਂ ਕੋਈ ਕਚਹਿਰੀ ਵਿੱਚ ਇਸ ਦੀ ਗਵਾਹੀ ਨਹੀਂ ਸੀ ਲਈ ਜਾਂਦੀ, ਮੰਨੀ ਜਾਂਦੀ। ਉਸ ਸਮੇਂ ਦੇ ਵਿੱਚ ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬੁੱਕਲ ਦੇ ਵਿੱਚ ਬਰਾਬਰੀ ਦਾ ਅਧਿਕਾਰ ਦੇ ਕੇ ਸਭਨਾਂ ਦਾ ਸਨਮਾਨ ਕੀਤਾ, ਸਾਰੇ ਧਰਮਾਂ ਨੂੰ ਉਪਦੇਸ਼ ਦਿੱਤਾ, ਮੈਂ ਸਮਝਦੀ ਇਹ ਤੋਂ ਵੱਡੀ ਵਡਿਆਈ ਔਰਤ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ। ਫਿਰ ਵੀ ਸੰਸਾਰ ਦੇ ਲੋਕਾਂ ਨੂੰ ਜੇ ਦੇਖੀਏ ਤੇ ਵੱਖ-ਵੱਖ ਥਾਵਾਂ ਉੱਤੇ ਅੱਜ ਵੀ ਔਰਤ ਦੀ ਜਿਹੜੀ ਮਾਨਸਿਕਤਾ ਉਹ ਮਹਿਸੂਸ ਕਰਦੀ ਹੈ ਕਿ ਜੋ ਉਸ ਦੀ ਕੁਰਬਾਨੀ ਹੈ, ਜੋ ਉਸ ਦੇ ਦੇਣ ਹੈ ਸਮਾਜ ਵਾਸਤੇ ਜਾਂ ਦੇਸ਼ ਵਾਸਤੇ, ਸ਼ਾਇਦ ਉਹਨੂੰ ਉਹ ਸਨਮਾਨ ਨਾ ਮਿਲਦਾ ਹੋਵੇ ਜਿਹੜੇ ਸਨਮਾਨ ਦੇ ਉਹ ਪਾਤਰ ਚਾਹੀਦੀ ਵੀ ਹੈ ਤੇ ਬਣ ਵੀ ਸਕਦੀ ਹੈ। ਹੋ ਸਕਦਾ ਕਿ ਕਈ ਵਾਰੀ ਅਸੀਂ ਜਿਹੜੀ ਔਰਤ ਹੈ ਲੰਬੀਆਂ ਸਦੀਆਂ ਇਹ ਗੁਲਾਮ ਰਹੀ ਹੈ,
ਉਹ ਗੁਲਾਮੀ ਦੇ ਕਾਰਨ ਬਹੁਤਾ ਲੰਬਾ ਸਮਾਂ ਇਸ ਸਮਾਜ ਵਿੱਚ ਨਹੀਂ ਵਿਚਰ ਸਕੀ। ਜੇ ਕਿਤੇ ਉਹ ਗੁਲਾਮੀ ਦੇ ਸਮੇਂ ਵਿੱਚ ਇਸ ਨੂੰ ਆਜ਼ਾਦੀ ਹੁੰਦੀ ਤੇ ਸ਼ਾਇਦ ਇਹ ਅੱਜ ਮੁਕਾਬਲਤਨ ਮਰਦ ਤੋਂ ਅੱਗੇ ਨਿਕਲੀ ਹੁੰਦੀ। ਭਾਵੇਂ ਅੱਜ ਵੀ ਇਹਦੇ ਕੰਮਾਂ ਨੂੰ ਵਾਚ ਲਈਏ, ਭਾਵੇਂ ਉਹ ਟਾਵਿਆਂ 'ਚ ਹੀ ਆਉਂਦੀਆਂ ਲਿਸਟਾਂ ਆਉਂਦੀਆਂ, ਕੁਰਬਾਨੀ ਦੇ ਪੱਖ ਤੋਂ ਲੈ ਲਓ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਦੇਖੀਏ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਰੱਬ ਨੂੰ ਪਹਿਚਾਣਿਆ ਹੋਵੇ, ਜੇ ਸੱਚੀ ਅੱਖ ਕਿਸੇ ਨੂੰ ਦਿੱਤੀ ਹੋਵੇ ਤੇ ਪ੍ਰਮਾਤਮਾ ਨੇ ਇੱਕ ਔਰਤ ਨੂੰ ਦਿੱਤੀ ਹੈ। ਭੈਣ ਨਾਨਕੀ ਵਰਗੀ ਨੇ ਸਭ ਤੋਂ ਪਹਿਲਾਂ ਰੱਬ ਨੂੰ ਪਹਿਚਾਣਿਆ। ਸੋ ਇਹ ਗੱਲ ਕਿਉਂਕਿ ਲੰਬਾ ਇਤਿਹਾਸ ਹੈ। ਜੇ ਕੁਰਬਾਨੀਆਂ ਦੇ ਪੱਖ ਤੋਂ ਕਹਿ ਲਓ ਤੇ ਜੇ ਸਾਡੇ ਗੁਰਦੁਆਰਾ ਸੁਧਾਰ ਲਹਿਰ ਚੱਲੀਆਂ ਨੇ ਉਹਦੇ ਵਿੱਚ ਵੀ ਬੀਬੀਆਂ ਨੇ ਬਰਾਬਰ ਦੇ ਯੋਗਦਾਨ ਪਾਏ ਹੈ। ਕੁਰਬਾਨੀਆਂ ਪਿੱਛੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲਏ। ਇਹਦਾ ਮਤਲਬ ਜੇਰਾ ਜਿਹੜਾ ਇੱਕ ਔਰਤ ਦਾ ਉਹ ਬਰਾਬਰ ਹੈ ਸਮਾਜ ਦੇ ਵਿੱਚ, ਭਾਵੇਂ ਕੋਈ ਮਰਦ ਹੈ ਤੇ ਭਾਵੇਂ ਕੋਈ ਔਰਤ ਹੈ, ਉਹਦਾ ਕੁਰਬਾਨੀ ਦਾ ਜਜ਼ਬਾ ਵੀ ਬਰਾਬਰ ਹੈ, ਉਹਦੀ ਕੁਰਬਾਨੀ ਦੇ ਵਿੱਚ ਸ਼ਮੂਲੀਅਤ ਵੀ ਬਰਾਬਰ ਹੈ। ਜੇ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਸ਼ਹੀਦ ਹੋਏ ਹੈ ਤੇ ਰਾਤ ਦੇ ਹਨੇਰੇ ਦੇ ਵਿੱਚ ਭੈਣ ਸ਼ਰਨ ਕੌਰ ਨੇ ਸਾਰੀਆਂ ਸੀਰਾਂ ਨੂੰ ਇਕੱਠੇ ਕਰਕੇ ਜਦੋਂ ਲਾਂਬੂ ਲਾ ਰਹੀ ਹੈ ਬਾਲਣ ਇਕੱਠਾ ਕਰਕੇ, ਤਾਂ ਉਸ ਵੇਲੇ ਮੁਗਲਾਂ ਨੇ ਜੋ ਦੇਖਿਆ ਆ ਕੇ ਕਿ ਇੱਕ ਔਰਤ ਵਾਲ ਖਿਲਾਰ ਕੇ ਤੇ ਆਲੇ ਦੁਆਲੇ ਘੁੰਮ ਕੇ ਚਿਖਾ ਜਲਾ ਰਹੀ ਹੈ, ਤਾਂ ਉਹਨਾਂ ਨੇ ਆਵਾਜ਼ ਮਾਰੀ ਹੈ ਤੇ ਉਹਨੇ ਫਿਰ ਉਹਨਾਂ ਨੂੰ ਜਿਉਂਦੀ ਨੂੰ ਉਹਦੇ ਵਿੱਚ ਸਾੜ ਦਿੱਤਾ। ਇਹ ਜੇਰਾ ਇੱਕ ਔਰਤ ਦੇ ਕੋਲ ਹੀ ਹੈ। ਜੇ ਮਾਤਾ ਭਾਗੋ ਵਰਗੀ ਨੇ ਲਲਕਾਰ ਦੇ ਕੇ ਸਿੰਘਾਂ ਦੀ ਜੇ ਕਿਤੇ ਟੁੱਟ ਵੀ ਗਈ ਹੈ, ਕਿਤੇ ਪ੍ਰੀਤ ਤੋੜ ਕੇ ਆ ਗਏ ਹੈ, ਕਿਉਂਕਿ ਗੁਰੂ ਜਿਹੜਾ ਹਮੇਸ਼ਾ ਆਪਣੇ ਸਿੰਘ ਦੀ ਉਡੀਕ ਕਰਦਾ, ਆਪਣੇ ਸਿੱਖ ਦੀ ਉਡੀਕ ਕਰਦਾ। ਜੇ ਇਸ ਮਾਨਸਿਕਤਾ ਦਾ ਪਛਾਣਨ ਦਾ ਕੋਈ ਤਾਕਤ ਦਿੱਤੀ ਹੈ ਜਾਂ ਦਲੇਰੀ ਦਿੱਤੀ ਹੈ ਤੇ ਮਾਤਾ ਭਾਗ ਕੌਰ ਨੂੰ ਜੇ ਦੇ ਕੇ ਉਹ ਸਮਾਂ ਦਿੱਤਾ, ਤੇ ਮੈਂ ਸਮਝਦੀ ਇਹ ਵੀ ਇੱਕ ਐਗਜ਼ਾਮਪਲ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਔਰਤ ਦੇ ਕੋਲ ਦੂਰ ਅੰਦੇਸ਼ੀ ਵੀ ਹੈ, ਔਰਤ ਦੇ ਕੋਲ ਸੁਚੇਤਤਾ ਵੀ ਹੈ, ਔਰਤ ਦੇ ਕੋਲ ਕੁਰਬਾਨੀ ਵੀ ਹੈ, ਔਰਤ ਜਿਹੜੀ ਹੈ ਉਹ ਬਰਾਬਰ ਦਾ ਆਪਣਾ ਦਲੇਰਾਨਾ ਹੱਕ ਰੱਖਦੀ। ਸੋ ਮੈਂ ਸਮਝਦੀ ਹਾਂ ਕਿ ਇੱਕ ਔਰਤ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਔਰਤ ਦੀ ਕਿਸੇ ਮਜਬੂਰੀ ਹੋ ਸਕਦੀ ਹੈ। ਜੇ ਪਰਿਵਾਰ ਵਿੱਚ ਦੇਖ ਲਈਏ ਤੇ ਬੱਚੇ ਨੂੰ ਗਰਭ ਤੋਂ ਲੈ ਕੇ ਆਖਰੀ ਸਮੇਂ ਤੱਕ ਜੇ ਕੋਈ ਦੁਲਾਰ ਕਰਦੀ ਹੈ, ਜੇ ਕੋਈ ਪਿਆਰ ਕਰਦੀ ਹੈ, ਜੇ ਕੋਈ ਉਹਦੀ ਸੰਭਾਲ ਕਰਦੀ ਹੈ, ਜੇ ਪਰਿਵਾਰ ਨੂੰ ਸਾਂਭ ਕੇ ਰੱਖਦੀ ਹੈ, ਉਸ ਦੇ ਵਾਸਤੇ ਕੁਰਬਾਨੀ ਜ਼ਰੇ ਜ਼ਰੇ ਤੇ ਉਹਨੂੰ ਕਰਨੀ ਪੈਂਦੀ ਹੈ ਤੇ ਇਹ ਇੱਕ ਔਰਤ ਦੀ ਕੁਰਬਾਨੀ ਹੈ। ਸੋ ਮੈਂ ਸਮਝਦੀ ਹਾਂ ਕਿ ਸਮਾਜ ਨੂੰ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਕਿ ਸੰਸਾਰ ਪੱਧਰ ਦੇ ਉੱਤੇ ਇਸ ਨੂੰ ਡੀਗਰੇਡ ਨਾ ਕੀਤਾ ਜਾਵੇ, ਇਸ ਨੂੰ ਸ਼ਕਤੀਸ਼ਾਲੀ ਬਣਾਇਆ ਜਾਵੇ। ਔਰ ਮੈਂ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ 8 ਮਾਰਚ ਹੀ ਨਾ ਉਡੀਕੋ, ਤੁਹਾਡਾ ਇੱਕ ਇੱਕ ਪਲ ਜਿਹੜਾ ਉਹ ਕੀਮਤੀ ਹੈ। ਇਕੱਲਾ ਇਹ ਨਹੀਂ ਕਿ 8 ਮਾਰਚ ਨੂੰ ਅਸੀਂ ਦੇਖਣਾ ਕਿ ਔਰਤ ਦਾ ਦਿਹਾੜਾ ਹੈ। ਮੈਂ ਸਮਝਦੀ ਹਾਂ ਕਿ ਔਰਤ ਦਾ ਕੋਈ ਦਿਨ ਐਸਾ ਨਹੀਂ ਜਿਹੜਾ ਔਰਤ ਦੇ ਨਾਲ ਨਾ ਜੁੜਿਆ ਹੋਵੇ, ਭਾਵੇਂ ਉਹ ਬੱਚੇ ਸਾਂਭਣੇ ਹੋਣ, ਭਾਵੇਂ ਪਰਿਵਾਰ ਸਾਂਭਣਾ ਹੋਵੇ, ਭਾਵੇਂ ਘਰ ਸੰਭਾਲਣਾ ਹੋਵੇ, ਭਾਵੇਂ ਸਮਾਜ ਵਿੱਚ ਵਿਚਰਨਾ ਹੋਵੇ, ਭਾਵੇਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੋਵੇ, ਭਾਵੇਂ ਦੇਸ਼ ਦੀ ਖਾਤਰ, ਕੌਮ ਦੀ ਖਾਤਰ, ਕਿਸੇ ਵੀ ਪੱਖ ਤੋਂ ਜੇ ਕਿਤੇ ਔਰਤ ਨੂੰ ਜਾਣਿਆ ਜਾਵੇ ਤੇ ਹਰ ਪਲ ਪਲ ਜਿਹੜਾ ਇੱਕ ਔਰਤ ਨਾਲ ਜੁੜਿਆ ਹੋਇਆ। ਬੀਬੀ ਜੀ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਔਰਤ ਹੀ ਔਰਤ ਦੀ ਜ਼ਿੰਮੇਵਾਰ ਹੈ, ਮਤਲਬ ਦੁਸ਼ਮਣ ਬਣੀ ਹੋਈ ਹੈ। ਜੇ ਭਰੂਣ ਹੱਤਿਆ ਦੀ ਗੱਲ ਕੀਤੀ ਜਾਵੇ ਜਾਂ ਕਈ ਰੇਪ ਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਜਿਨ੍ਹਾਂ ਦੇ ਵਿੱਚ ਔਰਤਾਂ ਹੀ ਦੋਸ਼ੀ ਨਿਕਲੀਆਂ, ਇਸ ਪੂਰੇ ਜਿਹੜਾ ਸਮਾਜ ਦੇ ਵਿੱਚ ਇਹ ਕੁਰੀਤੀ ਫੈਲੀ ਹੋਈ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਕਮਜ਼ੋਰ ਸੋਚ ਹਰ ਵਿੱਚ ਹੋ ਸਕਦੀ ਹੈ। ਔਰਤ ਵਿੱਚ ਵੀ ਕਮਜ਼ੋਰ ਸੋਚ ਦੀਆਂ ਹੋ ਸਕਦੀਆਂ, ਔਰਤ ਵਿੱਚ ਵੀ ਈਰਖਾ ਹੋ ਸਕਦੀ ਹੈ, ਔਰਤ ਵਿੱਚ ਵੀ ਮਾੜੀ ਸੋਚ ਜਿਹੜੀ ਹੈ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਪ੍ਰਵੇਸ਼ ਕਰ ਸਕਦੀ ਹੈ। ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਔਰਤ ਹੀ ਕੇਵਲ ਔਰਤ ਦੀ ਦੁਸ਼ਮਣ ਹੈ, ਕਿਉਂਕਿ ਇੱਕ ਮੈਂ ਕਹਿ ਸਕਦੀ ਹਾਂ ਕਿ ਸਮਾਜ ਜਿਹੜਾ ਉਹਨੇ ਇਸ ਤਰ੍ਹਾਂ ਦਾ ਸਿਰ ਦਿੱਤਾ ਕਿ ਔਰਤ ਮਹਿਸੂਸ ਕਰਦੀ ਹੈ ਕਿ ਮੇਰੀ ਅੱਜ ਜ਼ਿੰਦਗੀ ਜਿਹੜੀ ਹੈ ਇਹ ਕਿਸੇ ਦੇ ਭਾਰੂ ਬਣੀ ਹੋਈ ਹੈ, ਇੱਕ ਗੁਲਾਮੀ 'ਚ ਫਸੀ ਹੋਈ ਹੈ, ਜਾਂ ਔਰਤ ਕਿਸੇ ਜੈਲਸੀ ਦੇ ਪੱਖ ਤੋਂ ਕਿਸੇ ਨਾਲ ਕੋਈ ਵੈਰ ਕਰ ਸਕਦੀ ਹੈ, ਨੁਕਸਾਨ ਕਰ ਸਕਦੀ ਹੈ। ਜਿਸ ਤਰ੍ਹਾਂ ਦਾਜ ਦਹੇਜ ਦੀ ਗੱਲ ਆ ਜਾਂਦੀ ਹੈ, ਔਰਤ ਪਤਾ ਨਹੀਂ ਕਿਸ ਮਜਬੂਰੀ ਵਿੱਚ ਇੱਕ ਔਰਤ ਨੂੰ ਤੰਗ ਕਰਕੇ ਉਹ ਦਾਜ ਦਹੇਜ ਦੀ ਗੱਲ ਕਰਦੀ ਹੋਵੇ, ਉਹ ਇੱਕ ਇਹਦੀ ਕਮਜ਼ੋਰ ਸੋਚ ਕਹਿ ਲਓ, ਮਾੜੀ ਸੋਚ ਕਹਿ ਲਓ, ਜਾਂ ਉਹਦੀ ਅਗਿਆਨਤਾ ਕਹਿ ਲਓ। ਅਗਿਆਨਤਾ ਕਰਕੇ ਉਹ ਸੋਚਦੀ ਹੈ, ਉਹਦੀ ਕੁਝ ਮਾਨਸਿਕਤਾ ਕਿਸੇ ਨਾਲ ਕਿਸੇ ਗੱਲ ਦੇ ਉੱਤੇ ਫਸੀ ਹੋ ਸਕਦੀ ਹੈ। ਸੋ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਜੇ ਔਰਤ ਦੇ ਸਿਰ ਦੇ ਉੱਤੇ ਇਹ ਵੀ ਕਲੰਕ ਆਉਂਦਾ ਹੈ ਤੇ ਮੇਰੀਆਂ ਭੈਣਾਂ ਨੂੰ ਅੱਜ ਸੁਚੇਤ ਹੋਣਾ ਪਵੇਗਾ ਕਿ ਅਸੀਂ ਇਹ ਕਲੰਕ ਕਦੀ ਨਾ ਅੱਗੇ ਲੱਗਣ ਦਈਏ ਔਰ ਆਪਣੇ ਆਪ ਨੂੰ ਸੁਚੇਤ ਕਰੀਏ, ਆਪਣੀ ਸੋਚ ਜਿਹੜੀ ਹੈ ਉਹ ਗੁਰੂ ਆਸ਼ੇ ਅਨੁਸਾਰ ਬਦਲੀਏ ਤੇ ਸਮਾਜ ਨੂੰ ਉੱਚਾ ਚੁੱਕਣ ਵਿੱਚ ਜੋ ਸਾਡੀਆਂ ਮਾਤਾਵਾਂ ਨੇ, ਸਾਡੇ ਗੁਰੂ ਕੇ ਮਹਿਲਾਂ ਨੇ, ਸਾਡੇ ਗੁਰੂ ਦੇ ਇਤਿਹਾਸ ਦੀਆਂ ਸਿੱਖ ਬੀਬੀਆਂ ਨੇ ਜਾਂ ਕੁਰਬਾਨੀ ਵਾਲੀਆਂ ਬੀਬੀਆਂ ਨੇ ਚੰਗੇ ਕੰਮ ਕਰਕੇ ਆਪਣੀ ਮਹਾਨਤਾ ਬਣਾਈ ਹੈ,
ਉਸੇ ਤਾਂ ਔਰਤ ਨੂੰ ਵੀ ਚੰਗੇ ਕੰਮ ਕਰਕੇ ਆਪਣਾ ਸਨਮਾਨ ਜਿਹੜਾ ਬਹਾਲ ਕਰਨਾ ਚਾਹੀਦਾ। ਬੀਬੀ ਜੀ, ਦੁਨੀਆ 'ਚ ਅੱਜ ਵੀ ਕਈ ਇਸ ਤਰ੍ਹਾਂ ਦੇ ਮੁਲਕ ਨੇ ਜਿੱਥੇ ਬਰਾਬਰੀ ਨਹੀਂ ਦਿੱਤੀ ਜਾ ਸਕੀ ਔਰਤਾਂ ਨੂੰ, ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਉਸ ਤਰ੍ਹਾਂ ਦੇ ਬਰਾਬਰੀ ਦੇ ਹੱਕ ਨਹੀਂ। ਕਈ ਮੁਲਕਾਂ ਦੇ ਵਿੱਚ ਤਾਂ ਹਾਲੇ ਵੀ ਵੋਟ ਪਾਉਣ ਵਰਗੇ ਵੀ ਜਿਹੜੇ ਹੱਕ ਉਹ ਨਹੀਂ ਦਿੱਤੇ ਗਏ ਔਰਤਾਂ ਨੂੰ। ਪੂਰੇ ਦੁਨੀਆ ਪੱਧਰ 'ਤੇ ਕਿਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ, ਕਿਉਂਕਿ ਆਪਾਂ ਹਰ ਸਾਲ 8 ਤਰੀਕ ਨੂੰ ਤਾਂ ਯਾਦ ਕਰ ਲੈਂਦੇ, ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਨੇ, ਸੰਯੁਕਤ ਰਾਸ਼ਟਰ 'ਚ ਵੀ ਇਸ 'ਤੇ ਗੱਲਾਂ ਹੋ ਜਾਂਦੀਆਂ, ਤਮਾਮ ਮੁਲਕਾਂ ਦੇ ਵਿੱਚ ਸਮਾਗਮ ਹੋ ਜਾਂਦੇ ਨੇ, ਪਰ ਜਿੱਥੇ ਕੰਮ ਕਰਨ ਦੀ ਲੋੜ ਹੈ ਨਾ ਤਾਂ ਉੱਥੇ ਸੰਯੁਕਤ ਰਾਸ਼ਟਰ ਕੰਮ ਕਰ ਸਕਿਆ ਤੇ ਨਾ ਹੀ ਮਹਿਲਾ ਕਮਿਸ਼ਨ ਕਰ ਸਕਿਆ, ਨਾ ਜਿਹੜੇ ਤਮਾਮ ਜਿਹੜੀਆਂ ਵੱਡੀਆਂ ਸੰਸਥਾਵਾਂ ਦੁਨੀਆ ਦੀਆਂ ਉਹ ਕਰ ਸਕੀਆਂ। ਦੇਖੋ, ਕੋਈ ਹੱਕ ਜਿਹੜੇ ਗੱਲ ਹੈ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ। ਖੋ ਇੱਕ ਆਮ ਤੌਰ ਦੇ ਉੱਤੇ ਅਸੀਂ ਕਹਾਵਤ ਲੈਂਦੇ ਹਾਂ, ਹੱਕ ਪ੍ਰਾਪਤ ਕੀਤੇ ਜਾਂਦੇ ਆ, ਹੱਕ ਕਿਸੇ ਦੇ ਦਿੱਤਿਆਂ ਨਹੀਂ ਪ੍ਰਾਪਤ ਹੁੰਦੇ। ਕਿਉਂਕਿ ਸਰਕਾਰਾਂ ਵੀ ਜੇ ਬਰਾਬਰੀ ਦਾ ਕੋਈ ਕਾਨੂੰਨ ਪਾਸ ਕਰ ਦਿੰਦੇ ਆ ਤੇ ਜੇ ਔਰਤ ਹੀ ਆਪਣੇ ਹੱਕ ਨੂੰ ਨਹੀਂ ਪਹਿਚਾਣਦੀ, ਜੇ ਔਰਤ ਹੀ ਆਪਣੀ ਜ਼ਿੰਮੇਵਾਰੀ ਜਾਂ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾਉਂਦੀ, ਤੇ ਮੈਂ ਸਮਝਦੀ ਹੱਕ ਦਿੱਤੇ ਵੀ ਜਿਹੜੇ ਆ ਨਾ ਦਿੱਤਿਆਂ ਦੇ ਬਰਾਬਰ ਹੋ ਜਾਂਦੇ। ਜੇ ਹੁਣ ਐਗਜ਼ਾਮਪਲ ਦੀ ਤੌਰ ਦੇ ਉੱਤੇ ਕਿਸੇ ਦੇਸ਼ ਵਿੱਚ ਜਾਂ ਕਿਸੇ ਸਟੇਟ ਵਿੱਚ ਜਦੋਂ ਅਸੀਂ ਹੁਣ ਕਹਿੰਦੇ ਹਾਂ ਕਿ ਸਾਨੂੰ ਬਰਾਬਰ ਦਾ ਅਧਿਕਾਰ ਮਿਲ ਗਿਆ, ਸੰਮਤੀਆਂ ਵਿੱਚ, ਪੰਚਾਇਤਾਂ ਵਿੱਚ, ਜ਼ਿਲ੍ਹਾ ਪ੍ਰੀਸ਼ਦਾਂ ਵਿੱਚ, ਕਾਰਪੋਰੇਸ਼ਨਾਂ ਵਿੱਚ, ਜੇ ਉਹ ਬਰਾਬਰੀ ਦਾ ਅਧਿਕਾਰ ਸਾਨੂੰ ਇੱਕ ਵੋਟ ਦੀ ਖਾਤਰ ਜਾਂ ਇੱਕ ਚੁਣਾਵ ਲੜਨ ਦੀ ਖਾਤਰ ਮਿਲਿਆ, ਤੇ ਜੇ ਇਹਦੇ ਵਿੱਚ ਵੀ ਅੱਜ ਇਹ ਔਰਤ ਆਪਣੇ ਆਪ ਨੂੰ ਨਾ ਸੰਭਾਲੇ, ਔਰਤ ਆਪਣੇ ਆਪ ਨੂੰ ਕਾਮਯਾਬੀ ਵਿੱਚ ਨਾ ਲਿਆਵੇ, ਫਿਰ ਹੱਕ ਮੰਗਣੇ ਵੀ ਸਾਡੀ ਬੇਵਕੂਫੀ ਹੈ। ਕਿਉਂਕਿ ਕੋਈ ਜ਼ਰੂਰੀ ਨਹੀਂ ਕਿ ਸਾਨੂੰ ਇਹ ਹੱਕ ਕੋਈ ਦੇਵੇ ਤੇ ਅਸੀਂ ਵਰਤੀਏ। ਅਸੀਂ ਆਪਣੀ ਕਾਮਯਾਬੀ ਆਪਣੀ ਯੋਗਤਾ ਦੇ ਅਨੁਸਾਰ, ਆਪਣੀ ਸੁਚੇਤ ਬਿਰਤੀ ਅਨੁਸਾਰ ਔਰ ਆਪਣੀ ਕਾਬਲੀਅਤ ਦੇ ਅਨੁਸਾਰ ਕਰਨੀ ਹੁੰਦੀ ਹੈ। ਕੋਈ ਜ਼ਰੂਰੀ ਨਹੀਂ ਕਿ ਕੋਈ ਚੀਜ਼ ਰਿਜ਼ਰਵ ਹੋਵੇ ਤੇ ਔਰਤ ਲਵੇ। ਕਿਉਂ? ਔਰਤ ਤੇ ਉਹਨਾਂ ਕੋਲ ਰਿਜ਼ਰਵੇਸ਼ਨ ਮੰਗ ਰਹੀ ਹੈ ਜਿਨ੍ਹਾਂ ਨੂੰ ਔਰਤ ਨੇ ਆਪ ਪੈਦਾ ਕੀਤਾ ਹੋਇਆ, ਜਿਸ ਔਰਤ ਨੇ ਆਪਣੇ ਹੱਥਾਂ ਨਾਲ ਉਹਨੂੰ ਪਾਲਿਆ ਹੋਇਆ, ਜਿਸ ਔਰਤ ਨੇ ਆਪਣੀ ਵਿਚਾਰ ਉਹਦੇ ਹਿਰਦੇ 'ਚ ਵਸਾਈ ਹੋਈ ਹੈ, ਜਿਸ ਔਰਤ ਨੇ ਗੁੜਤੀ ਦੇ ਕੇ ਤੇ ਉਹਨੂੰ ਨਿੱਕੇ ਨਿੱਕੇ ਬੋਲ ਸਿਖਾਏ ਹੈ, ਬੋਲ ਕੇ ਤੋਤਲੀ ਆਵਾਜ਼ ਦੇ ਵਿੱਚ, ਕਿ ਔਰਤ ਉਹਦੇ ਕੋਲ ਹੱਕ ਮੰਗੇਗੀ। ਔਰਤ ਨੂੰ ਤਾਂ ਚਾਹੀਦਾ ਕਿ ਉਹ ਇੰਨੀ ਮਜ਼ਬੂਤ ਹੋਵੇ, ਇੰਨੀ ਉੱਚੀ ਸੋਚ ਹੋਵੇ, ਇੰਨੀ ਦੂਰਅੰਦੇਸ਼ੀ ਵਾਲੀ ਹੋਵੇ, ਇੰਨੀ ਕਾਮਯਾਬ ਹੋਵੇ ਕਿ ਜੇ ਕੋਈ ਮਹਿਸੂਸ ਵੀ ਕਰੇ ਕਿ ਇਹਨੂੰ ਹੱਕ ਨਹੀਂ ਦਿੱਤੇ ਜਾਣੇ ਤਾਂ ਉਹ ਲੋਕਾਂ ਵਿੱਚ ਆਪਣੀ ਕਾਬਲੀਅਤ ਦੇ ਨਾਲ ਅੱਗੇ ਵਧੇ ਤਾਂ ਜੋ ਕੋਈ ਉਹਨੂੰ ਰੋਕ ਨਾ ਸਕੇ। ਹੁਣ ਜਹਾਜ਼ਾਂ ਦੇ ਉੱਤੇ ਕੰਮ ਕਰ ਰਹੀਆਂ, ਪਾਇਲਟ ਬਣ ਗਈਆਂ, ਫੌਜਾਂ ਚੱਲ ਗਈਆਂ, ਕਮਾਂਡ ਕਰ ਰਹੀਆਂ, ਕਮਾਂਡਰ ਬਣ ਗਈਆਂ, IAS IPS PCS। ਕੀ ਉਹਨਾਂ ਨੂੰ ਰਿਜ਼ਰਵੇਸ਼ਨ ਚਾਹੀਏ? ਉਹਨਾਂ ਨੇ ਆਪਣੀ ਕਾਬਲੀਅਤ ਨਾਲ ਲਈ ਹੈ। ਜਿਹੜੀ ਔਰਤ ਆਪਣੀ ਕਾਬਲੀਅਤ ਨਾਲ ਤੁਰਦੀ ਹੈ ਉਹਨੂੰ ਰਿਜ਼ਰਵੇਸ਼ਨ ਦੀ ਲੋੜ ਨਹੀਂ ਹੈ। ਰਿਜ਼ਰਵੇਸ਼ਨ 'ਤੇ ਇੱਕ ਮੌਕਾ ਦਿੱਤਾ ਜਾਂਦਾ ਕਿ ਕੋਈ ਇਹ ਨਾ ਕਵੇ, ਕਿਉਂਕਿ ਮਰਦ ਪ੍ਰਧਾਨ ਦੇਸ਼ ਹੁੰਦੇ ਆ, ਆਮ ਮਰਦ ਦੀ ਸੋਚ ਜਿਹੜੀ ਹੈ ਹਮੇਸ਼ਾ ਬਣੀ ਰਹਿੰਦੀ ਹੈ ਕਿ ਪਤਾ ਨਹੀਂ ਮੇਰਾ ਮਰਦਊਪਣਾ ਸ਼ਾਇਦ ਕਿਤੇ ਕੋਈ ਨੁਕਸਾਨ ਹੋ ਜਾਏਗਾ, ਮੈਂ ਕਿਤੇ ਥੱਲੇ ਨਾ ਲੱਗ ਜਾਵਾਂ। ਇਹ ਔਰਤ ਨੇ ਆਪ ਸੋਚਣਾ ਕਿ ਮੈਂ ਰਿਜ਼ਰਵੇਸ਼ਨ ਦੀ ਪਾਤਰ ਨਹੀਂ ਬਣਨਾ, ਮੈਂ ਵਿਚਾਰੀ ਨਹੀਂ ਬਣਨਾ। ਮੈਂ ਕਿਉਂ ਕਹਾਵਾਂ ਕਿ ਮੈਂ ਵਿਚਾਰੀ ਹਾਂ? ਉਹਨੂੰ ਇਹ ਸੋਚਣਾ ਪਏਗਾ ਕਿ ਮੈਂ ਆਪਣੀ ਯੋਗਤਾ ਨੂੰ ਲੋਕਾਂ ਵਿੱਚ ਪੇਸ਼ ਕਰਾਂ, ਮੈਂ ਆਪਣੀ ਐਫਰਟਸ ਕਰਾਂ, ਮੈਂ ਆਪਣੀ ਮਿਹਨਤ ਕਰਾਂ, ਮੈਂ ਆਪਣੇ ਸਮੇਂ ਨੂੰ ਪਲ ਨੂੰ ਵਰਤਾਂ ਤਾਂ ਜੋ ਮੇਰਾ ਇੱਕ ਪਲ ਕੀਮਤੀ ਹੋ ਕੇ ਲੋਕਾਂ 'ਚ ਵਿਚਰੇ ਅਤੇ ਮੇਰੀ ਯੋਗਤਾ ਦੇ ਅਨੁਸਾਰ ਮੈਨੂੰ ਫਲ ਪ੍ਰਾਪਤ ਹੋਵੇ। ਅਤੇ ਮੈਂ ਸਮਝਦੀ ਹਾਂ ਕਿ ਦੇਸ਼ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਜਿਹੜੀ ਪ੍ਰਾਪਤ ਨਾ ਕੀਤੀ ਜਾ ਸਕੇ। ਬੀਬੀ, ਜੇ ਰਾਜਨੀਤਿਕ ਤੌਰ ਦੀ ਗੱਲ ਕੀਤੀ ਜਾਵੇ ਜਾਂ ਧਾਰਮਿਕ ਦੀ ਗੱਲ ਕੀਤੀ ਜਾਵੇ, ਤੁਸੀਂ ਇਸ ਮਰਦ ਪ੍ਰਧਾਨ ਦੇਸ਼ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ, ਕਦੇ ਸੋਚਿਆ ਸੀ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਿ ਇਸ ਮੁਕਾਮ 'ਤੇ ਜਾਣਾ? ਐਕਚੁਅਲੀ ਜੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਮੇਰਾ ਖਿਆਲ ਹੈ ਮੈਂ ਤਾਂ ਕਦੀ ਜ਼ਿੰਦਗੀ 'ਚ ਇਹੀ ਸੋਚਦੀ ਹੁੰਦੀ ਸੀ ਕਿ ਮੈਂ ਇੱਕ ਪੜ੍ਹ ਲਿਖ ਕੇ ਟੀਚਰ ਬਣਨਾ। ਮੇਰਾ ਸ਼ੌਕ ਸੀ, ਮੇਰੇ ਪਰਿਵਾਰ ਦਾ ਸ਼ੌਕ ਸੀ, ਕਿਉਂਕਿ ਐਜੂਕੇਸ਼ਨ ਦਾ ਮੇਰਾ ਫੀਲਡ ਸੀ ਸਾਡੇ ਪਰਿਵਾਰ ਦਾ। ਸਾਨੂੰ ਇੱਥੇ ਤੱਕ ਹੀ ਸੀਗਾ ਕਿ ਮੈਂ ਐਜੂਕੇਸ਼ਨ ਲੈਣੀ ਹੈ ਅਤੇ ਮੈਂ ਇੱਕ ਅਧਿਆਪਕ ਬਣਨਾ, ਬਸ ਇਹ ਤੋਂ ਅੱਗੇ ਕੋਈ ਸ਼ੌਕ ਹੀ ਨਹੀਂ ਸੀ। ਪਰ ਮੈਂ ਇੱਕ ਦੇਖਿਆ ਕਿ ਜੋ ਪਰਮਾਤਮਾ ਨੇ ਤੁਹਾਡੀ ਕਿਸਮਤ 'ਚ ਲਿਖਿਆ ਹੁੰਦਾ ਨਾ ਜੀ, ਜੋ ਤੁਹਾਨੂੰ ਉਹਨੇ ਦਿਸ਼ਾ ਦੇਣੀ ਹੈ, ਜਦੋਂ ਉਹ ਦੇ ਦਿੰਦਾ ਫਿਰ ਮਨੁੱਖ ਜੇ ਉਸ ਦਿਸ਼ਾ ਵੱਲ ਚੱਲ ਕੇ ਆਪਣੀ ਮਿਹਨਤ ਕਰੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੁਕਾਵਟ ਨਹੀਂ ਬਣ ਸਕਦੀ। ਮੈਂ ਤਾਂ ਇਸ ਰਿਜ਼ਲਟ 'ਤੇ ਪਹੁੰਚੀ ਹੈ। ਜਿਹੜੀ ਮੇਰੀ ਰਾਜਨੀਤਿਕ ਵੀ ਪ੍ਰਾਪਤੀ, ਸਮਾਜਿਕ ਪ੍ਰਾਪਤੀ, ਧਾਰਮਿਕ ਪ੍ਰਾਪਤੀ ਹੈ, ਇਹ ਪਰਮੇਸ਼ਰ ਵੱਲੋਂ ਦਿੱਤੀ ਗਈ ਹੈ। ਮੇਰੀ ਆਪਣੀ ਐਫਰਟਸ ਕੋਈ ਨਹੀਂ ਹੈ। ਮੇਰੀ ਤੇ ਜੋ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਾਈ ਹੈ, ਮੈਂ ਉਹਨੂੰ ਇਮਾਨਦਾਰੀ ਨਾਲ, ਸੱਚ, ਸਬਰ, ਸੰਤੋਖ ਨਾਲ ਕਰਾਂ ਔਰ ਲਗਨ ਨਾਲ ਕਰਾਂ, ਮਿਹਨਤ ਨਾਲ ਕਰਾਂ।
ਇਹ ਪਰਮਾਤਮਾ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਸਕਾਂ। ਇਹ ਕੇਵਲ ਪਰਮਾਤਮਾ ਹੀ ਕਰੇ ਤੇ ਹੁੰਦਾ, ਉੱਦਾਂ ਕੁਝ ਨਹੀਂ ਕਰ ਸਕਦਾ ਕੋਈ। ਕਈ ਵਾਰੀ ਪਦਵੀ ਲੈ ਲੈਂਦਾ ਬੰਦਾ, ਉਹਨੂੰ ਨਿਭਾਉਣੀ ਨਹੀਂ ਆਉਂਦੀ। ਕੁਰਸੀ 'ਤੇ ਬੈਠ ਜਾਂਦਾ, ਉਸ ਦੀ ਪਾਵਰ ਨਹੀਂ ਵਰਤਣੀ ਆਉਂਦੀ। ਕੁਰਸੀ ਦੀ ਪਾਵਰ ਲੈ ਕੇ ਜੇ ਕੁਰਸੀ ਦੀ ਅਸੀਂ ਉਹਨੂੰ ਚੰਗੀ ਤਰ੍ਹਾਂ ਵਰਤਦੇ ਨਹੀਂ, ਬਾਖੂਬੀ ਨਾਲ ਨਿਭਾਉਂਦੇ ਨਹੀਂ ਉਸ ਪਾਵਰ ਨੂੰ, ਮੇਰੇ ਖਿਆਲ ਉਹ ਪਾਵਰਾਂ ਵੀ ਜਿਹੜੀਆਂ ਜ਼ੀਰੋ ਹੁੰਦੀਆਂ। ਸੋ ਇਹ ਸਾਰੀ ਪਰਮਾਤਮਾ ਦੀ ਖੇਡ ਹੁੰਦੀ ਹੈ। ਮਨੁੱਖ ਨੂੰ ਚਾਰਾ ਕਰਨਾ ਇਹ ਉਹੀ ਬਲ ਦੇਵੇ ਤੇ ਕਰ ਸਕਦਾ। ਮੇਰੀ ਜਿਹੜੀ ਗੱਲ ਹੈ, ਨਾ ਕਦੀ ਮੈਂ ਸੋਚਿਆ ਸੀ ਮੈਂ ਚੋਣਾਂ ਲੜਾਂਗੀ, ਨਾ ਮੈਂ ਕਦੀ ਸੋਚਿਆ ਸੀ ਮੈਂ ਮਿਨਿਸਟਰ ਬਣਾਂਗੀ, ਨਾ ਮੈਂ ਕਦੀ ਸੋਚਿਆ ਸੀ ਮੈਂ ਮੈਂਬਰ ਬਣਾਂਗੀ, ਨਾ ਮੈਂ ਕਦੀ ਸੋਚਿਆ ਸੀ ਮੈਂ ਪ੍ਰਧਾਨ ਬਣਾਂਗੀ। ਮੈਨੂੰ ਤਾਂ ਪਤਾ ਨਹੀਂ ਪਰਮਾਤਮਾ ਨੇ ਕਿਤੇ ਉੱਤੋਂ ਬਖਸ਼ਾਂ ਕਰ ਕਰਕੇ ਹੀ ਦਿੱਤੀਆਂ ਨੇ। ਔਰ ਇਹ ਵੀ ਹੈ, ਜਿਸ ਦਿਨ ਪਹਿਲੀ ਵਾਰੀ ਕਿਤੇ ਟਿਕਟਾਂ ਦੀ ਗੱਲ ਆਈ ਸੀ ਤਾਂ ਸ਼ਾਇਦ ਇੱਕ ਜਗੀਰ ਕੌਰ ਸੀ ਜਿਹੜੀ ਪਾਰਟੀ ਨੂੰ ਰੋ ਰੋ ਕੇ ਕਹਿੰਦੀ ਸੀ ਮੈਂ ਚੋਣਾਂ ਨਹੀਂ ਲੜਨੀਆਂ। ਪਰ ਮਨ ਚਾਹਤ ਕਿਛਾ ਔਰੇ ਕੀ ਔਰੇ ਪਈ ਵਾਲੀ ਗੱਲ ਹੈ ਵੀ ਪਰਮਾਤਮਾ ਨੇ ਕੀ ਲਿਖਿਆ ਸੀ, ਕੀ ਹਾਲਾਤ ਬਣਨੇ ਸੀ। ਇਹ ਜਿਹੜੀਆਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਨੇ, ਕੋਈ ਕਰਵਟ ਆਉਂਦੀ ਹੈ, ਇਹ ਵੀ ਇੱਕ ਮਨੁੱਖ ਵਾਸਤੇ ਬੜੀ ਵੱਡੀ ਤਰੱਕੀ ਦੀ ਨਿਸ਼ਾਨੀ ਹੁੰਦੀ ਹੈ। ਜਿਹੜਾ ਉਹਨਾਂ ਮੁਸੀਬਤਾਂ ਵਿੱਚ, ਜਿਹੜਾ ਉਹਨਾਂ ਮੁਸ਼ਕਲਾਂ ਵਿੱਚ ਘਬਰਾ ਕੇ ਘਰ ਬਹਿ ਜਾਵੇ ਤੇ ਇਹ ਪਰਮਾਤਮਾ ਹੀ ਬਲ ਦੇਵੇ ਤੇ ਉਹ ਉੱਤੇ ਉੱਠ ਸਕਦਾ ਹੈ। ਪਰਮਾਤਮਾ ਹੀ ਤੁਹਾਨੂੰ ਦੱਬ ਕੇ ਰੱਖ ਦੇਵੇ ਤੇ ਉਹ ਦੱਬਿਆ ਜਾ ਸਕਦਾ। ਸੋ ਮੈਂ ਸੋਚਦੀ ਹਾਂ ਮੇਰਾ ਤਾਂ ਸਭ ਕੁਝ ਇਹ ਪਰਮਾਤਮਾ ਨੇ ਦਿੱਤਾ। ਸੰਗਤ ਦਾ ਪਿਆਰ, ਪਰਮਾਤਮਾ ਦੀ ਕਿਰਪਾ ਤੇ ਜਗੀਰ ਕੌਰ ਤੇ ਉਹ ਇੱਕ ਨਾ ਚੀਜ਼ੇ ਕੀੜਾ ਜਿਹੜੀ ਹਮੇਸ਼ਾ ਕਹਿੰਦੀ ਹਰ ਜੀਓ ਸਦਾ ਤੇਰੀ ਸਰਨਾਈ ਜਿਉਂ ਪਾਵੈ ਤਿਉ ਰੱਖੋ ਮੇਰੇ ਸਵਾਮੀ ਇਹ ਤੇਰੀ ਵਡਿਆਈ। ਉਹ ਜਿਵੇਂ ਪਾਉਂਦਾ ਨੱਕ ਨੱਥ ਖਸਮ ਹੱਥ, ਉਹ ਗੱਲ ਬਣੀ ਹੈ। ਮੇਰੀ ਤੇ ਸਾਰਾ ਕੁਝ ਮੇਰੇ ਖਸਮ ਦੇ ਹੱਥ 'ਚ ਹੈ, ਪਰਮਾਤਮਾ ਦੇ ਹੱਥ 'ਚ ਹੈ। ਜਿਉਂ ਬੁਲਾਵੈ ਤਿਉ ਨਾਨਕ ਦਾਸ ਬੋਲੇ। ਬੀਬੀ ਤੁਸੀਂ ਔਰਤਾਂ ਲਈ ਇੱਕ ਪ੍ਰੇਰਨਾ ਸਰੋਤ ਹੋ ਤੇ ਮਹਿਲਾ ਦਿਵਸ ਦੇ ਉੱਪਰ ਉਹਨਾਂ ਔਰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੀਆਂ ਔਰ ਤਰੱਕੀ ਚਾਹੁੰਦੇ ਆ ਕਿ ਅਸੀਂ ਕੁਝ ਬਣਨਾ ਹੈ, ਪਰ ਉਹਨਾਂ ਦੇ ਦਿਲ 'ਚ ਅੱਜ ਵੀ ਘਬਰਾਹਟ ਹੈ ਕਿ ਮੈਂ ਕਿੱਦਾਂ ਅੱਗੇ ਵਧੂੰਗੀ? ਦੇਖੋ, ਔਰਤ ਨੂੰ ਇਹ ਸੋਚਣਾ ਹੀ ਨਹੀਂ ਚਾਹੀਦਾ ਕਿ ਉਹ ਕਮਜ਼ੋਰ ਹੈ। ਉਹ ਇੱਕ ਧਰਤੀ ਦੀ ਤਰ੍ਹਾਂ ਹੈ, ਨੀਵੇਂ ਹੋ ਕੇ ਰਹਿਣਾ, ਲੇਕਿਨ ਸਾਰੀ ਦੁਨੀਆ ਦਾ ਭਾਰ ਧਰਤੀ ਸਹਿੰਦੀ ਹੈ, ਲੇਕਿਨ ਧਰਤੀ ਨੀਵੀਂ ਹੋ ਕੇ ਵੀ ਬਲਵਾਨ ਹੈ। ਇਹਨੇ ਪਾਣੀ ਵਾਂਗ ਆਪਣਾ ਸੁਭਾਅ ਸ਼ੀਤਲਤਾ ਰੱਖਣੀ ਹੈ, ਪਾਣੀ ਵਾਂਗੂ ਆਪਣੇ ਸੁਭਾਅ ਨੂੰ ਠੰਡਾ ਰੱਖਣਾ ਔਰ ਆਪਣੇ ਸੁਭਾਅ ਨੂੰ ਪਾਣੀ ਦੀ ਤਰ੍ਹਾਂ, ਧਰਤੀ ਦੀ ਤਰ੍ਹਾਂ ਅਤੇ ਬ੍ਰਿਸ਼ ਦੀ ਤਰ੍ਹਾਂ ਸਭਨਾਂ ਨੂੰ ਮਿੱਠੇ ਫਲ, ਸਭਨਾਂ ਨੂੰ ਇੱਕੋ ਜਿਹੀ ਛਾਂ, ਸਭਨਾਂ ਨੂੰ ਇੱਕੋ ਜਿਹਾ ਪਿਆਰ ਜੋ ਬਖਸ਼ਣਾ। ਇਸ ਔਰਤ ਦੀ ਬੁੱਕਲ ਵਿੱਚ ਸਾਰੀ ਲੁਕਾਈ ਜੜੀ ਹੈ, ਉਹ ਸ਼ਾਂਤ ਰਹੇ, ਖੁਸ਼ ਰਹੇ, ਮੁਹੱਬਤ ਪਾਲੇ। ਮੈਂ ਸਮਝਦੀ ਹਾਂ ਕਿ ਇਸ ਔਰਤ ਨੂੰ ਇੱਕੋ ਇਹ ਬਖਸ਼ਾਂ ਕੇਵਲ ਗੁਰੂ ਕੋਲੋਂ ਮਿਲ ਸਕਦੀਆਂ। ਸਾਰੀਆਂ ਭੈਣਾਂ ਨੂੰ, ਸਾਰੀਆਂ ਮਾਵਾਂ ਨੂੰ, ਸਾਰੀਆਂ ਬੀਬੀਆਂ ਨੂੰ ਮੈਂ ਬੇਨਤੀ ਕਰਾਂਗੀ ਕਿ ਜੇ ਚਾਹੁੰਦੇ ਹੋ ਕਿ ਸਮਾਜ ਤੁਹਾਡੀ ਇੱਜ਼ਤ ਕਰੇ, ਜੇ ਚਾਹੁੰਦੇ ਹੋ ਕਿ ਸਮਾਜ ਤੁਹਾਨੂੰ ਬਲਵਾਨ ਸਮਝੇ, ਸਤਿਕਾਰ ਦੇ ਪਾਤਰ ਸਮਝੋ, ਤੇ ਸਮਾਜ ਨੂੰ ਤੁਸੀਂ ਹੀ ਬਣਾਉਣਾ ਹੈ। ਸਮਾਜ ਤੁਹਾਡੀ ਕੁੱਖ ਵਿੱਚੋਂ ਪੈਦਾ ਹੋਣਾ ਹੈ। ਸਭ ਤੋਂ ਪਹਿਲਾਂ ਸਾਨੂੰ ਕੁੱਖ ਜਿਹੜੀ ਹੈ ਉਹ ਵਧੀਆ ਤਿਆਰ ਕਰਨੀ ਪਵੇਗੀ, ਜਿਸ ਤੋਂ ਵਧੀਆ ਸੋਚ ਵਾਲੇ ਮਨੁੱਖ ਨਿਕਲ, ਵਧੀਆ ਸੋਚ ਵਾਲਾ ਸਮਾਜ ਪੈਦਾ ਹੋਵੇ ਤੇ ਉਹ ਸਮਾਜ ਨੂੰ ਦਿਸ਼ਾ ਨਿਰਦੇਸ਼ ਤੁਸੀਂ ਦੇਣਾ। ਉਹ ਤਾਂ ਹੀ ਦਿੱਤਾ ਜਾਏਗਾ ਜੇ ਤੁਹਾਡੇ ਕੋਲ ਚੰਗੀ ਸੋਚ ਹੋਵੇਗੀ, ਉੱਤਮ ਸੋਚ ਹੋਵੇਗੀ, ਤੇ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਘਰ 'ਚੋਂ ਬਾਣੀ ਵਿੱਚੋਂ ਮਿਲਣੀ ਹੈ। ਸੋ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕੇ, ਸ਼ਬਦ ਗੁਰੂ ਨਾਲ ਜੁੜ ਕੇ, ਆਪਣੀ ਸੋਚ ਨੂੰ ਉੱਚਾ ਚੁੱਕ ਕੇ ਤੇ ਆਪਣੀ ਕੁੱਖ ਨੂੰ ਪਵਿੱਤਰ ਕਰਕੇ, ਬਲਵਾਨ ਕਰਕੇ, ਆਪਣੇ ਪਰਿਵਾਰ ਨੂੰ ਖੇੜੇ ਵੰਡਣ ਵਾਸਤੇ, ਸਹੀ ਸਮਾਜ ਸਿਰਜਣ ਵਾਸਤੇ ਆਪਣੇ ਆਪ 'ਤੇ ਉਹਨਾਂ ਚੀਜ਼ਾਂ ਦਾ ਕੰਟਰੋਲ ਕਰੋ ਜਿਨ੍ਹਾਂ ਚੀਜ਼ਾਂ ਦੇ ਨਾਲ ਸਮਾਜ ਦੇ ਵਿੱਚ ਬਹੁਤ ਵੱਡੀ ਗਿਰਾਵਟ ਆਉਂਦੀ ਹੈ, ਤੇ ਆਪਣੀ ਸੋਚ ਨੂੰ ਗੁਰੂ ਆਸ਼ੇ ਅਨੁਸਾਰ ਚਲਾਓ ਤਾਂ ਜੋ ਇਹ 8 ਮਾਰਚ ਦਾ ਦਿਨ ਨਹੀਂ, ਸਾਡੀ ਜ਼ਿੰਦਗੀ ਦਾ ਇੱਕ ਇੱਕ ਪਲ ਸਾਡਾ ਕਾਮਯਾਬ ਹੋ ਸਕੇ। ਮੈਂ ਸਭਨਾਂ ਨੂੰ ਵਧਾਈ ਦਿੰਦੀ ਹਾਂ ਕਿ ਤੁਸੀਂ ਤੇ ਦੋਹਰੀਆਂ ਨਾਰਾਂ ਹੋ ਪਰਮਾਤਮਾ ਦੀਆਂ। ਇੱਕ ਮਰਦ ਸਮਾਜੀ ਤੌਰ 'ਤੇ ਉਹਦੀ ਨਾਰ ਹੈ, ਇੱਕ ਪਰਮਾਤਮਾ ਦੀ ਨਾਰ ਹੈ। ਤੁਹਾਨੂੰ ਤਾਂ ਦੋਹਰੀਆਂ ਨਾਰਾਂ ਹੋਣ ਦਾ ਬਲ ਮਿਲਿਆ, ਪਰਮਾਤਮਾ ਨੇ ਬਖਸ਼ ਕੀਤੀ ਹੈ। ਉਹ ਗੁਣ ਜਿਹੜੇ ਇੱਕ ਔਰਤ ਵਿੱਚ ਹੋਣੇ ਚਾਹੀਦੇ, ਨਾਰ ਵਿੱਚ ਹੋਣੇ ਚਾਹੀਦੇ ਹੈ। 32 ਗੁਣਾ ਸੁਲੱਖਣੀ ਇਸ ਨਾਰ ਨੂੰ ਗੁਰੂ ਨਾਨਕ ਨੇ ਵਡਿਆਈਆਂ ਦਿੱਤੀਆਂ। ਸੋ ਮੈਂ ਸਮਝਦੀ ਹਾਂ ਕਿ ਸਾਨੂੰ
ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਔਰ ਸਾਰੀ ਈਰਖਾ ਦਵੈਰ ਝੂਠ ਨਿੰਦਾ ਚੁਗਲੀ ਕਾਮ ਕਰੋਧ ਲੋਭ ਮੋਹ ਹੰਕਾਰ ਵਰਗੇ ਔਗਣ ਛੱਡ ਕੇ ਕੇਵਲ ਤੇ ਕੇਵਲ ਪ੍ਰੇਮ ਵਿੱਚ ਹੀ ਰਹਿ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਕਾਮਯਾਬ ਕਰੀਏ। ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਤੇ ਇਹਨਾਂ ਨੇ तमाम ਜਿਹੜੇ ਗੱਲਾਂ ਕੀਤੀਆਂ ਨੇ ਮਹਿਲਾ ਦਿਵਸ ਦੇ ਉੱਪਰ ਤੇ ਇਹਨਾਂ ਨੇ ਕਿਹਾ ਹੈ ਕਿ ਸਿੱਖਿਅਤ ਔਰਤ ਦਾ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਦੇ ਵਿੱਚ। ਇੱਕ ਸਿੱਖਿਅਤ ਔਰਤ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਕੈਮਰਾਮੈਨ ਗੁਰਦੇਵ ਸਿੰਘ ਭੱਟੀ ਦੇ ਨਾਲ ਇੰਦਰਜੀਤ ਸਿੰਘ ਚਾਲ, NRI ਮੀਡੀਆ, ਬੇਗੋਵਾਲ।